ਰਾਹਾਂ ਤੋਂ ਪਗਡੰਡੀ ਤੋਂ ਹੁੰਦਿਆਂ ਚੂੜਕਾਣੇ ਦੀ ਧਰਤੀ ਪਹੁੰਚੇ। ਇੱਥੇ ਰੱਬ ਦੇ ਫਕੀਰਾਂ ਦਾ, ਇਹ ਸੂਫੀਆਂ ਦਾ ਇੱਕ ਟੋਲਾ ਸੀ ਤੇ ਜਿਹੜਾ ਕੇਵਲ ਉਸ ਪਰਮਾਤਮਾ ਦੇ ਟੇਕ ਦੇ ਆਸਰੇ ਨਾਲ ਜਿਉਂਦਾ ਸੀ। ਇਹਨੂੰ ਅਬਦਾਲ ਵੀ ਕਿਹਾ ਜਾਂਦਾ ਤੇ ਕਹਿੰਦੇ ਆ ਕਿ ਇਹਨਾਂ ਨੇ ਅੱਲਾਹ ਪਾਕ ਖੁਦਾ ਦੀ ਬੰਦਗੀ ਕਰਨੀ। ਗੁਰੂ ਸਾਹਿਬ ਵੇਖਦੇ ਆ ਕਿ ਇਹਨਾਂ ਨੇ ਇਹ ਤਪ ਕਰਦੇ ਆ, ਆਪਣੇ ਤਨ ਦੇ ਉੱਤੇ ਸਵਾ ਮਲੀ ਆ, ਇਹ ਸਾਰੇ ਕਰਮ ਕਰਦੇ ਪਏ ਆ। ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਦੇ ਮਹੰਤ ਨੂੰ ਮਿਲਦੇ ਆ, ਜੋ ਇਹਨਾਂ ਵਿੱਚੋਂ ਇਹਨਾਂ ਦਾ ਵੱਡਾ ਆਗੂ ਹੁੰਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਤੁਸੀਂ ਕੀ ਕਰਦੇ ਹੋ? ਤੇ ਇਹਨਾਂ ਨੇ ਕਿਹਾ ਸੀ ਕਿ ਆਪਾਂ ਪਰਮਾਤਮਾ ਦੀ ਖੁਦਾ ਦੀ ਬੰਦਗੀ ਲਈ ਤਪ ਕਰਨ ਇੱਥੇ ਬੈਠੇ ਆ। ਗੁਰੂ ਸਾਹਿਬ ਨੇ ਅਗਲਾ ਸਵਾਲ ਕੀਤਾ ਕਿ ਤੁਹਾਨੂੰ ਪਰਮਾਤਮਾ ਮਿਲਿਆ? ਉਹ ਕਹਿੰਦੇ ਨਹੀਂ, ਤਪ ਕਰਨ ਨਾਲ ਇੰਦਰੀਆਂ ਵਸ 'ਚ ਆਉਂਦੀਆਂ ਨੇ, ਮਨ ਦੀਆਂ ਵਾਸ਼ਨਾਵਾਂ ਮੁੱਕ ਜਾਂਦੀਆਂ ਨੇ ਤੇ ਇਸੇ ਤਰ੍ਹਾਂ ਜ਼ਿੰਦਗੀ ਸੁਰਖਰੂ ਹੋ ਕੇ ਮੁਕਤੀ ਦੇ ਦਰ ਨੂੰ ਪ੍ਰਾਪਤ ਹੁੰਦੀ ਹੈ, ਪਰ ਸਾਨੂੰ ਅਜੇ ਤੱਕ ਪਰਮਾਤਮਾ ਨਹੀਂ ਮਿਲਿਆ। ਗੁਰੂ ਸਾਹਿਬ ਜੀ ਕਹਿੰਦੇ ਕਿ ਫਿਰ ਇੰਦਰੀਆਂ ਵਸ 'ਚ ਆ ਗਈਆਂ ਨੇ, ਕਿ ਹਉਮੈ ਨੂੰ ਜਿੱਤ ਚੁੱਕੇ ਹੋ? ਤੇ ਉਹਨਾਂ ਨੇ ਫਿਰ ਕਿਹਾ ਸੀ ਕਿ ਗੁਰੂ ਰਹਿਮਤ ਵਰਤਾਏ ਤੇ ਜਦੋਂ ਅਸੀਂ ਖੁਦਾ ਦੀ ਬੰਦਗੀ 'ਚ ਬਹਿੰਦੇ ਹਾਂ, ਜਦੋਂ ਦੇ ਇੱਧਰ ਨੂੰ ਤੁਰੇ ਹਾਂ, ਰੱਬ ਦੀ ਯਾਦ 'ਚ ਬੈਠੇ ਹਾਂ, ਜੇ ਕਈ ਦਿਨ ਵੀ ਭੁੱਖੇ ਰਹਿ ਜਾਈਏ ਤੇ ਕੱਟ ਜਾਂਦੇ ਹਾਂ, ਪਰ ਅੱਜ ਤੱਕ ਕਿਸੇ ਦੇ ਦਰ ਤੋਂ ਮੰਗ ਕੇ ਨਹੀਂ ਖਾਧਾ। ਵਾ ਇਹ ਵੱਡੀ ਗੱਲ ਸੀ, ਕਿਉਂਕਿ ਗੁਰੂ ਸਾਹਿਬ ਦੀ ਬਾਣੀ 'ਚ ਅਸੀਂ ਜਦੋਂ ਇਹ ਪੜ੍ਹਦੇ ਹਾਂ ਨਾ, ਮਖੱਟੂ ਹੋਏ ਕੈ ਕੰਨ ਪੜਾਏ, ਗੁਰ ਪੀਰ ਸਦਾਏ ਮੰਗਣ ਜਾਏ, ਤਿਨ ਕੈ ਮੂਲ ਨਾ ਲੱਗੀਐ ਪਾਏ। ਮਹਾਰਾਜ ਕਹਿੰਦੇ ਭੁੱਲ ਕੇ ਵੀ ਉਹਨਾਂ ਦੇ ਪੈਰਾਂ 'ਚ ਨਾ ਡਿੱਗਿਓ, ਜਿਹੜੇ ਕੰਨ ਪੜਾ ਕੇ ਘਰ ਦੀਆਂ ਜ਼ਿੰਮੇਵਾਰੀਆਂ ਤੋਂ ਭੱਜ ਗਏ ਤੇ ਲੋਕਾਂ ਨੂੰ ਕਹਿੰਦੇ ਫਿਰਦੇ ਅਸੀਂ ਭਗਤੀ ਕਰਦੇ ਹਾਂ ਤੇ ਮੰਗ ਕੇ ਫਿਰ ਗ੍ਰਸਤੀਆਂ ਕੋਲੋਂ ਖਾਂਦੇ ਆ। ਗੁਰੂ ਸਾਹਿਬ ਕਹਿੰਦੇ ਉਹ ਜੀ ਭਗਤੀ ਦਾ ਫਾਇਦਾ ਕੀ? ਘਰ 'ਚ ਮਾਪੇ, ਤੁਹਾਡੇ ਘਰ ਵਾਲੀ, ਬੱਚਿਆਂ ਦਾ ਤੁਸੀਂ ਨਿਰਾਦਰ ਕਰਤਾ। ਹੁਣ ਇੱਥੇ ਜਦੋਂ ਇਹ ਮਹਾਰਾਜ ਨੇ ਵੇਖਿਆ, ਗੁਰੂ ਸਾਹਿਬ ਕਹਿੰਦੇ 4 ਦਿਨ ਦੇ ਭੁੱਖੇ ਸੀ ਭਾਈ ਵੀਰ ਸਿੰਘ ਕਹਿੰਦੇ, ਤੇ ਇਹਨਾਂ ਨੇ ਜਦੋਂ ਕਿਹਾ ਕਿ ਰੱਬ ਦੇ ਆਸਰਿਆਂ ਤੇ ਰੱਬ ਜੇ ਕਿਸੇ ਨੂੰ ਭੇਜਦੇ ਛਕ ਲੈਂਦੇ ਆ, ਮਹਾਰਾਜ ਕਹਿੰਦੇ ਫਿਰ ਇਹ ਤੋਂ ਫਿਰ ਖਰਾ ਸੌਦਾ ਧਰਤੀ ਤੇ ਹੋਰ ਕੋਈ ਨਹੀਂ। ਜੇ ਮੇਰੇ ਗੁਰੂ ਪਿਤਾ ਜੀ ਕਹਿੰਦੇ, ਪਿਤਾ ਨੇ ਕਿਹਾ ਕਿ 10 ਗੁਣਾ ਧਨ ਵੱਧ ਕਮਾ, ਤੇ ਕਹਿੰਦੇ ਭਾਈ ਵੀਰ ਸਿੰਘ ਲਿਖਦੇ ਆ ਕਿ ਇਹ 70 ਗੁਣਾ ਵੱਧ ਹੋ ਫਲੇਗਾ। ਸੰਗਤ ਜੀ, ਗੁਰੂ ਸਾਹਿਬ ਪਾਤਸ਼ਾਹ ਜੀ ਉਹਨਾਂ 20 ਰੁਪਇਆਂ ਦਾ ਲੰਗਰ ਤਿਆਰ ਕਰਦੇ ਆ। ਸਤਿਗੁਰੂ ਪਾਤਸ਼ਾਹ ਜੀ ਉਹਨਾਂ ਰੱਬ ਦੇ ਭਗਤਾਂ ਨੂੰ ਪ੍ਰਸ਼ਾਦਾ ਤਿਆਰ ਕਰਕੇ ਛਕਾਉਂਦੇ ਆ। ਤੇ ਵੱਡੀ ਗੱਲ ਇਹ ਵੇਖੋ, ਕੱਲਾ ਪ੍ਰਸ਼ਾਦਾ ਨਹੀਂ ਛਕਾਇਆ, ਮਹਾਰਾਜ ਜੀਆਂ ਨੇ ਪ੍ਰੇਰਿਆ ਕਿ ਇਹ ਭਗਤੀ ਦਾ ਕੋਈ ਲਾਹਾ ਨਹੀਂ, ਆਪਣੇ ਘਰਾਂ 'ਚ ਜਾਓ, ਕਿਰਤ ਕਰੋ ਤੇ ਮਿਹਨਤ ਕਰਕੇ ਆਪ ਤੇ ਆਪਣੇ ਪਰਿਵਾਰ ਦੇ ਲਈ ਜੋ ਹੈ ਉਹ ਜ਼ਿੰਮੇਵਾਰੀ ਨਿਭਾ ਕੇ ਤੇ ਨਾਲ ਰੱਬ ਦੀ ਬੰਦਗੀ ਕਰੋ। ਗੁਰੂ ਸਾਹਿਬ ਜੀ ਨੇ ਰਹਿਮਤ ਕੀਤੀ, ਭੁੱਖਿਆਂ ਸਾਧੂਆਂ ਨੂੰ ਲੰਗਰ ਛਕਾਇਆ। ਤੇ ਇੱਥੇ ਇੱਕ ਗੱਲ ਸਾਡੇ ਵਿਦਵਾਨ ਕਹਿੰਦੇ ਨੇ, ਸੱਚ ਇਵੇਂ ਇਹ ਪਹਿਲਾ ਲੰਗਰ ਸੀ ਬਾਬੇ ਨਾਨਕ ਦਾ। ਤੇ ਸੰਗਤ ਜੀ, ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੀ ਇਸ ਡੂੰਘਾਈ 'ਚ ਜਾਇਓ। ਬਾਬੇ ਨਾਨਕ ਦੇ ਪਿਤਾ ਜੀ ਪਟਵਾਰੀ ਨੇ, ਪਰ ਗੁਰੂ ਪਿਤਾ ਦੇ ਜੋ ਕਮਾਈ ਹੈ ਉਹ ਮੈਲੀ ਨਹੀਂ, ਉਹ ਪਾਪਾਂ ਦੀ ਬੇਈਮਾਨੀ ਦੀ ਕਤਰ ਨਹੀਂ, ਕਿਉਂਕਿ ਗੁਰੂ ਨਾਨਕ ਜੀ ਦਾ ਇੱਕ ਸੁਭਾਅ ਸੀ ਕਿ ਸੱਚ ਸੁਣਾਏ ਸੀ ਸੱਚ ਕੀ ਵੇਲਾ। ਕੋਈ ਵੀ ਕਰਮ ਮਾੜਾ ਹੁੰਦਾ ਸੀ ਤੇ ਵੱਡੇ ਵੱਡੇ ਹਾਕਮਾਂ ਦੇ ਮੂੰਹ ਤੇ ਮਹਾਰਾਜ ਕਹਿ ਦਿੰਦੇ ਰਹੇ। ਇਹਨਾਂ 4 ਗੱਲਾਂ ਨੂੰ ਆਪਣੇ ਧਿਆਨ 'ਚ ਰੱਖਿਓ, ਸਾਖੀਆਂ ਫਿਰ ਸਮੇਂ ਆਉਣ ਤੇ ਕਿ ਜੇ ਦੁਨੀ ਚੰਦ ਕੋਲ ਮਰ ਜਾਂਦੇ ਆ, ਕਹਿੰਦੇ ਤੇਰੀ ਕਮਾਈ ਪਾਪਾਂ ਦੀ ਹੈ। ਜੇ ਮਹਾਰਾਜ ਸੱਜਣ ਠੱਗ ਕੋਲ ਜਾਂਦੇ ਆ, ਮਹਾਰਾਜ ਕਹਿੰਦੇ ਤੂੰ ਪਾਪ ਕਰਕੇ ਧਨ ਇਕੱਠੇ ਕੀਤੇ ਆ। ਜੇ ਭੂਮੀਆਂ ਚੋਰ ਦੇ ਲੰਗਰ ਵੇਖਦੇ ਆ ਤੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਤੂੰ ਦਿਨੇ ਲੰਗਰ ਲਾ ਕੇ ਰਾਤ ਨੂੰ ਚੋਰੀਆਂ ਕਰਦਾ, ਇਹ ਤੇਰਾ ਪ੍ਰਵਾਨ ਨਹੀਂ ਜੀਵਨ। ਤੇ ਮਲਕ ਭਾਗੋ ਨੂੰ ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਕਹਿਤਾ ਸੀ, ਤੇਰੇ ਪੂੜਿਆਂ ਵਿੱਚੋਂ ਤਾਂ ਸਾਨੂੰ ਗਰੀਬਾਂ ਦੇ ਖੂਨ ਦੇ ਖੰਝੂ ਦਿਸਦੇ ਪਏ ਆ। ਮਹਾਰਾਜ ਜੇ ਇਹਨਾਂ ਨੂੰ ਇਹ ਗੱਲ ਕਹਿ ਸਕਦੇ, ਜੇ ਪਿਤਾ ਕਾਲੂ ਜੀ ਦੀ ਕਮਾਈ ਬੇਈਮਾਨੀ ਦੀ ਹੁੰਦੀ ਤੇ ਮਹਾਰਾਜ ਕਦੇ ਸੱਚ ਦਾ ਸੌਦਾ ਨਾ ਕਰਦੇ, ਕਦੇ ਗੁਰੂ ਖਰਾ ਸੌਦਾ ਨਾ ਕਰਦੇ। ਕਹਿੰਦੇ ਪਿਤਾ ਦੀ ਕਮਾਈ ਨੇਕ ਸੀ, ਇਮਾਨਦਾਰੀ ਦੀ ਸੀ, ਮਿਹਨਤ ਦੀ ਸੀ ਤੇ ਗੁਰੂ ਨਾਨਕ ਦੇ ਹੱਥ 'ਚ ਬਰਕਤਾਂ ਬੜੀਆਂ ਸੀ। ਪਿਤਾ ਦੀ ਮਿਹਨਤ ਦੀ ਕਮਾਈ ਨੇ ਤੇ ਗੁਰੂ ਨਾਨਕ ਦੀਆਂ ਬਰਕਤਾਂ ਨੇ ਚੂੜਕਾਣੇ ਦੀ ਧਰਤੀ ਤੇ ਇਹੋ ਜਿਹਾ ਲੰਗਰ ਲਾਇਆ। ਅੱਜ ਵਿਸ਼ਵ ਪੱਧਰ ਤੇ ਗੁਰੂ ਨਾਨਕ ਦੇ ਲੰਗਰ ਦੀਆਂ ਤਾਰੀਫਾਂ ਉਸਤਤਾਂ ਸਾਰਾ ਜਹਾਨ ਕਰਦਾ। ਗੁਰੂ ਕਿਰਪਾ ਵਰਤਾਉਂਦੇ ਆ ਸੰਗਤ ਜੀ। ਅੱਜ ਲੰਗਰ
ਪਿੰਡਾਂ 'ਚ, ਸ਼ਹਿਰਾਂ 'ਚ, ਸਟੇਟਾਂ 'ਚ ਜਿੱਥੇ ਆਫਤ ਆਵੇ ਉੱਥੇ ਗੁਰੂ ਕਾ ਲੰਗਰ ਪਹਿਲਾਂ ਪਹੁੰਚਦਾ। ਸਰਕਾਰਾਂ ਦੀਆਂ ਸੁਵਿਧਾਵਾਂ ਪਿੱਛੇ ਰਹਿ ਜਾਂਦੀਆਂ। ਇਹ ਗੁਰੂ ਕਿਰਪਾ ਮਹਾਰਾਜ ਨੇ ਵਰਤਾਈ। ਸਤਿਗੁਰੂ ਜੀ ਨੇ ਜਦੋਂ ਇੱਕ ਕਲਾ ਵਰਤਾ ਦਿੱਤੀ ਨਾ, ਹੁਣ ਮਹਾਰਾਜ ਨੂੰ ਇਹ ਪਤਾ ਸੀ ਕਿ ਰੂਹਾਨੀਅਤ ਪੱਖੋਂ ਤਾਂ ਬੜੀ ਵਡਿਆਈ ਆ, ਪਰ ਹੁਣ ਪਿਤਾ ਜੀ ਝਿੜਕਣਗੇ, ਕਿਉਂਕਿ 20 ਰੁਪਏ ਰਕਮ ਛੋਟੀ ਨਹੀਂ ਸੀ ਹੁੰਦੀ। ਉਸ ਸਮੇਂ ਨਾ ਰਜਤਪਣ ਕਹਿੰਦੇ ਸੀ ਪੈਸੇ ਨੂੰ। ਰੁਪਇਆ ਅਸੀਂ ਸਮਝਣ ਲਈ ਵਰਤ ਲੈਂਦੇ ਹਾਂ ਕਿ ਰਜਤਪਣ ਮਹਾਰਾਜ ਨੂੰ ਦਿੱਤੇ। ਕਹਿੰਦੇ ਸਤਿਗੁਰੂ ਜੀ ਨਾ ਜਦੋਂ ਆਪਣੇ ਨਗਰ ਤਲਵੰਡੀ ਆਏ ਤੇ ਬਾਰ-ਬਾਰ ਰੋਗੇ। ਜਾ ਕੇ ਮਰਦਾਨਾ ਜੀ ਨੇ ਦੱਸਿਆ, ਜਾ ਕੇ ਬਾਲਾ ਜੀ ਨੇ, ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡੇ ਪੁੱਤਰ ਜੀ ਹੁਣ ਆ ਨਹੀਂ ਰਹੇ, ਕਿਉਂਕਿ ਉਹਨਾਂ ਨੇ ਜੋ ਤੁਸੀਂ ਧਨ ਦਿੱਤਾ ਸੀ ਉਹ ਸਾਧੂਆਂ ਫਕੀਰਾਂ ਨੂੰ ਲੰਗਰ ਛਕਾਤਾ। ਕਹਿੰਦੇ ਪਿਤਾ ਜੀ ਬਹੁਤ ਗੁੱਸੇ 'ਚ ਲਹੂ ਲੁਹਾਨ, ਜਿਵੇਂ ਅਸੀਂ ਕਹਿ ਲਈਏ ਬੰਦਾ ਰੋਚ ਆਉਂਦਾ ਨਾ। ਤੇ ਕਿਉਂਕਿ ਅੱਗੇ ਮਹਾਰਾਜ ਨੇ ਜੋ ਇੱਦਾਂ ਦੇ ਕਰਮ ਕੀਤੇ, ਜੇ ਪਸ਼ੂ ਚਰਨ ਭੇਜਿਆ, ਖੇਤ ਚਰਾਤੇ, ਹੋਰ ਕੋਈ ਕਿਸੇ ਕੰਮ ਵੱਲ ਧਿਆਨ ਨਹੀਂ। ਤੇ ਮਹਾਰਾਜ ਦੇ ਜਾ ਕੇ ਸੰਗਤ ਜੀ ਜਦੋਂ ਪਿਤਾ ਜੀ ਬੜੇ ਗੁੱਸੇ 'ਚ ਗਏ ਤੇ ਮਾਤਾ ਤ੍ਰਿਪਤਾ ਜੀ ਨੇ ਨਾ ਬੇਬੇ ਨਾਨਕੀ ਨੂੰ ਆਵਾਜ਼ ਮਾਰੀ, ਕਹਿਣ ਲੱਗੀ ਮਗਰ ਜਾ ਤੇਰੇ ਵੀਰੇ ਵੱਲ। ਬੜੇ ਗੁੱਸੇ 'ਚ ਪਿਤਾ, ਜਿਵੇਂ ਅੱਜ ਸਾਡੇ ਘਰਾਂ 'ਚ ਹੁੰਦਾ। ਕਹਿੰਦੇ ਆ ਕਿ ਜਦੋਂ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੇ ਕੋਲ ਪਿਤਾ ਜੀ ਪਹੁੰਚੇ ਤੇ ਕਿਹਾ ਸੁਣਿਆ ਕੁਝ ਨਹੀਂ, ਮਹਾਰਾਜ ਦੇ ਇੱਕ ਚਪੇੜ ਮਾਰੀ। ਸੰਗਤ ਜੀ ਸਤਿਗੁਰੂ ਪਿਤਾ ਜੀ ਨੇ, ਅਸੀਂ ਨਾ ਇਹ ਗੱਲ ਕਹਿੰਦੇ ਆ ਤੱਤੀ ਤਵੀ ਤੇ ਗੁਰੂ ਬੈਠੇ। ਮਹਾਰਾਜ ਸੱਚੇ ਪਾਤਸ਼ਾਹ ਨੇ ਤੱਤੀ ਤਵੀ ਤੋਂ ਬਹਿ ਕੇ ਸਾਡੇ ਭੁੱਖਿਆਂ ਦੇ ਢਿੱਡ ਭਰਨ ਦੇ ਲਈ ਆਪਣੇ ਮੁਖ ਤੇ ਚਪੇੜਾਂ ਖਾਧੀਆਂ ਨੇ। ਇਹ ਕੋਈ ਮਹਾਰਾਜ ਨੇ ਕੋਈ ਪਾਪ ਨਹੀਂ ਸੀ ਕੀਤਾ। ਜਦੋਂ ਵੀ ਕੋਈ ਮਹਾਂਪੁਰਖ ਗੁਰੂ ਧਰਤੀ ਤੇ ਆਵੇ ਨਾ ਸੰਗਤ, ਤੇ ਸੱਚ ਐਵੇਂ ਉਹ ਆਪ ਦੁੱਖ ਸਹਾਰ ਕੇ ਦੁਨੀਆ ਨੂੰ ਸੁੱਖ ਵੰਡਦਾ। ਕਹਿੰਦੇ ਉਦਣ ਅੰਬਰ ਵੀ ਰੋਇਆ ਸੀ, ਉਦਣ ਜਵੀਨ ਵੀ ਕੁਰਲਾਈ ਸੀ, ਉਦਣ ਪੰਖੇਰੂ ਵੀ ਕੁਰਲਾਏ ਸੀ, ਉਦਣ ਰੁੱਖਾਂ ਦੇ ਪੱਤਿਆਂ 'ਚੋਂ ਹੰਝੂ ਗਿਰਿਆ ਸੀ, ਜਿੱਦਣ ਪਿਤਾ ਜੀ ਨੇ ਗੁਰੂ ਨਾਨਕ ਦੇ ਮੁਖ ਤੇ ਇੱਕ ਥੱਪੜ ਮਾਰਿਆ। ਕਹਿੰਦੇ ਦੂਜਾ ਮਾਰਨ ਲੱਗੇ ਤੇ ਬੇਬੇ ਨਾਨਕੀ ਅਗਾਂਹ ਹੋਣ ਲੱਗੀ। ਕਹਿੰਦੀ ਪਿਤਾ ਜੀ ਨੂੰ ਕੁਝ ਨਾ ਕਹਿਓ, ਮੇਰਾ ਵੀਰ ਇਹ ਤਾਂ ਰੱਬ ਦਾ ਜਾਇਆ ਏ, ਇਹ ਤਾਂ ਖੁਦਾਏ ਨੂਰ ਹੈ। ਇਹਦੇ ਹੱਥਾਂ ਵਿੱਚ ਗਿਆ ਧਨ ਕਦੇ ਇਹ ਨਾ ਸੋਚਿਓ ਤੁਹਾਡੇ ਉਜਾੜੇ ਹੋ ਗਏ। ਇਹਦੇ ਹੱਥਾਂ 'ਚੋਂ ਜਿੰਨਾ ਪੈਸਾ ਦੂਜਿਆਂ ਤੇ ਲੱਗਦਾ, ਤੁਹਾਡੀਆਂ ਮਹਿਮਾ ਜੁਗੋ ਜੁਗ ਜਿਹੜੀਆਂ ਉਹ ਅਟਲ ਰਹਿਣਗੀਆਂ। ਸੰਗਤ ਜੀ ਚਲੋ ਉੱਥੇ ਇਹ ਹੋਇਆ ਸਾਰਾ, ਤੇ ਇਹ ਗੱਲ ਦਾ ਨਾ ਰਾਏ ਬੁਲਾਰ ਜੀ ਨੂੰ ਪਤਾ ਲੱਗ ਗਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਦੇ ਮੁਖ ਤੇ ਹੱਥ ਚੁੱਕਿਆ ਪਿਤਾ ਜੀ ਨੇ। ਤੇ ਉਹਨਾਂ ਨੇ ਨਾ ਜਦੋਂ ਸਰਪ ਦੀ ਛਾਂ ਕੀਤੀ ਜਾਂ ਬ੍ਰਿਖ ਦੀ ਛਾਂ, ਉਹਨਾਂ ਨੇ ਇੱਕ ਗੱਲ ਕਹੀ ਸੀ ਸੱਦ ਕੇ। ਕਹਿੰਦੇ ਰਾਏ ਬੁਲਾਰ ਮਤਾ ਜਾਣੀ ਤੂੰ ਆਪਣੇ ਪੁੱਤ ਨੂੰ ਪਾਲ ਕੇ ਵੱਡਾ ਕੀਤਾ, ਮਤਾ ਜਾਣੀ ਨਾਨਕ ਤੇਰਾ ਪੋਤੇ, ਇਹ ਤਾਂ ਖੁਦਾ ਆਪ ਧਰਤੀ ਤੇ ਆਇਆ। ਤੇ ਜੇ ਮੇਰੇ ਤੋਂ ਪੁੱਛੇ ਤੇ ਸੱਚ ਐਵੇਂ ਤਲਵੰਡੀ ਤੇਰੇ ਪੁੱਤ ਕਰਕੇ ਮੇਰੀ ਵੱਸਦੀ ਪਈ ਆ। ਕੱਲੀ ਤਲਵੰਡੀ ਨਹੀਂ, ਇਹ ਸੰਸਾਰ ਹੀ ਗੁਰੂ ਨਾਨਕ ਦੀਆਂ ਰਹਿਮਤਾਂ ਕਰਕੇ ਵਸਦਾ ਪਿਆ। ਜਦੋਂ ਕਹਿੰਦੇ ਕਿ ਰਾਏ ਬੁਲਾਰ ਜੀ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਸੱਦਿਆ ਜੀ, ਕਿਉਂਕਿ ਇੱਕ ਤੇ ਕਾਰਦਾਰ ਸਨ ਤੇ ਆਏ ਚੱਲ ਕੇ, ਤੇ ਬੜਾ ਉਹਨਾਂ ਨੇ ਗੁੱਸਾ ਮਨਾਇਆ ਤੇ ਕਿ ਤੁਸੀਂ ਆਪਣੇ ਉਸ ਲਾਲ ਤੇ ਮੁਖ ਤੇ ਹੱਥ ਚੁੱਕਿਆ, ਤੁਸੀਂ ਚਪੇੜ ਮਾਰੀ। ਕਹਿੰਦੇ ਜਿੰਨਾ ਤੁਹਾਡਾ ਨੁਕਸਾਨ ਹੋਇਆ ਸ਼ਾਹੀ ਖਜ਼ਾਨਾ ਤੁਹਾਡਾ ਨੁਕਸਾਨ ਭਰੂਗਾ, ਤੁਸੀਂ ਸਾਡੇ ਕੋਲੋਂ ਲੈ ਕੇ ਜਾਓ। ਤੇ ਅੱਜ ਤੋਂ ਬਾਅਦ ਜੇ ਗੁਰੂ ਨਾਨਕ ਕੋਈ ਖੇਡ ਵਰਤਾਏ ਤੇ ਤੁਸੀਂ ਆਪਣੇ ਪੁੱਤ ਨੂੰ ਕੁਝ ਨਹੀਂ ਕਹਿਣਾ, ਜੋ ਵੀ ਤੁਹਾਡਾ ਨੁਕਸਾਨ ਹੋਵੇ ਉਹ ਮੇਰੇ ਜਿੰਮੇ ਪਾਇਓ। ਬਾਂਹ ਫੜੀ ਤੇ ਪਿਤਾ ਕਾਲੂ ਜੀ ਨੂੰ ਆਪਣੇ ਤਬੇਲਿਆਂ 'ਚ ਲੈ ਗਏ। ਇਤਿਹਾਸ ਕਹਿੰਦਾ ਘੋੜੇ ਸੀ ਬੰਨੇ। ਕਹਿੰਦੇ ਤੈਨੂੰ ਪਤਾ ਮੇਰੇ ਤਬੇਲਿਆਂ 'ਚ ਆ ਜਿਹੜੇ ਘੋੜੇ ਖਲੋਤੇ ਆ ਇਹ ਤੇਰੇ ਪੁੱਤ ਕਰਕੇ ਹੀ ਆ, ਮਹਾਰਾਜ ਸੱਚੇ ਪਾਤਸ਼ਾਹ ਕਰਕੇ। ਕਹਿੰਦੇ ਘਰ 'ਚ ਆਏ ਨੌਕਰ ਚਾਕਰ ਫੌਜਾਂ ਰਾਣੀਆਂ ਦਸੀਆਂ, ਕਹਿੰਦੇ ਆ ਜਿੰਨਾ ਤੂੰ ਠਾਠ ਬਾਠ ਵੇਖਦਾ ਇਹ ਤੇਰੇ ਪੁੱਤ ਦੀਆਂ ਰਹਿਮਤਾਂ ਨੇ। ਪਿਤਾ ਕਾਲੂ ਫਿਰ ਕਹਿਣ ਲੱਗਾ ਮੇਰੇ ਪੁੱਤ ਨੇ ਤੈਨੂੰ ਕੀ ਦੇਤਾ? ਕਹਿਣ ਲੱਗੇ ਬਹੁਤ ਕੁਝ ਦੇਤਾ, ਪਰ ਜਦੋਂ ਤੱਕ ਤੂੰ ਪਿਤਾ ਦੀ ਅੱਖ ਨਾਲ ਵੇਖੇਗਾ ਤੈਨੂੰ ਕੁਝ ਨਹੀਂ ਦਿਸਣਾ। ਸੰਗਤ ਜੀ ਇਹ ਰਹਿਮਤਾਂ ਸੀ। ਚਲੋ ਇਹ ਵੀ ਗੱਲ ਕਹਿ ਦਿੰਦੇ ਆ ਕਿ ਰਾਏ ਬੁਲਾਰ ਕੋਲ ਨਾ ਬਹੁਤ ਕੁਝ ਸੀ, ਬੜਾ ਧਨ ਪਦਾਰਥ ਸੀ, ਸਮੇਂ ਦਾ ਹਾਕਮ ਸੀ। ਕਹਿੰਦੇ ਰਾਏ ਬੁਲਾਰ ਜੀ ਘਰ ਔਲਾਦ ਨਹੀਂ ਸੀ ਕੋਈ। ਇੱਕ ਦਿਨ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਡਿੱਗ ਕੇ ਕਹਿੰਦੇ ਮਹਾਰਾਜ ਜੀ ਤੁਸੀਂ ਹੁਣ ਤਲਵੰਡੀ ਨੂੰ ਚੱਲ ਜਾਣਾ ਛੱਡ ਕੇ ਸੁਲਤਾਨਪੁਰ ਮੁੜ ਉਦਾਸੀਆਂ ਨੂੰ ਮਹਾਰਾਜ ਜਾਂਦੇ, ਇੱਕ ਰਹਿਮਤ ਵਰਤਾਓ। ਮੈਂ ਤੁਹਾਡੇ ਬਿਨਾਂ ਕਿਵੇਂ?
ਤੇ ਮਹਾਰਾਜ ਕਹਿੰਦੇ ਸੀ ਯਾਦ ਕਰੋਗੇ ਹਾਜ਼ਰ ਹੋਵਾਂਗੇ ਤੁਹਾਡੇ ਤੋਂ ਕਦੇ ਦੂਰ ਨਹੀਂ। ਆਪਣੇ ਧਰਮ 'ਚ ਰਹਿਓ, ਗਰੀਬਾਂ ਦੀ ਲੋੜਵੰਦਾਂ ਦੀ ਸੇਵਾ ਕਰਦੇ ਰਹੋ ਤੇ ਜਦੋਂ ਤੱਕ ਕਹਿੰਦੇ ਆਪਣੀ ਹਿੰਮਤ ਵਰਤਾਇਓ, ਜਿਹੜਾ ਕੰਮ ਸਿਰੇ ਨਾ ਚੜੇ ਉਸ ਤੋਂ ਬਾਅਦ ਫਿਰ ਖੁਦਾ ਨੂੰ ਚੇਤੇ ਕਰਿਆ ਕਰਿਓ, ਤੁਹਾਡਾ ਕੋਈ ਵੀ ਕੰਮ ਅਧੂਰਾ ਨਹੀਂ ਰਹੂਗਾ। ਸੰਗਤ ਜੀ, ਇਹਨਾਂ ਨੇ ਪੁੱਤਰ ਦੀ ਦਾਤ ਗੁਰੂ ਨਾਨਕ ਜੀ ਕੋਲ ਮੰਗੀ। ਕਹਿੰਦੇ ਨੇ ਹਰਪਾਲ ਸਿੰਘ ਪੰਨੂ ਜੀ ਇੱਕ ਗੱਲ ਲਿਖਦੇ ਆ, ਕਹਿੰਦੇ ਕਿ ਇਸ ਗੱਲ ਦਾ ਕਿਸੇ ਤੀਜੇ ਨੂੰ ਨਹੀਂ ਸੀ ਪਤਾ। ਅਸੀਂ ਇਹ ਕਹਿੰਦੇ ਨਾ ਕਿ ਮਹਾਰਾਜ ਦੇ ਨਾਂ ਦੇ ਉੱਤੇ ਆਪਣੇ ਜਿਹੜਾ ਰਾਏ ਬੁਲਾਰ ਜੀ ਨੇ 750 ਮੁਰੱਬਾ ਲਾਤਾ। ਕਿਉਂ ਲਾਇਆ ਸੀ? ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੀਆਂ ਰਹਿਮਤਾਂ ਦੇ ਨਾਲ ਇਹਦੇ ਘਰ ਪੁੱਤਰ ਹੋਇਆ ਸੀ ਤੇ ਪੁੱਤਰ ਹੋਣ ਦੀ ਖੁਸ਼ੀ 'ਚ ਮਹਾਰਾਜ ਨੇ ਆ ਸਭ ਕੁਝ ਗੁਰੂ ਨਾਨਕ ਜੀ ਦੇ ਨਾਮ ਲਵਾਇਆ। ਇੱਥੋਂ ਤੱਕ ਜਦੋਂ ਬਾਬੇ ਨਾਨਕ ਦਾ ਗੁਰਪੁਰਬ ਆਉਂਦਾ ਸੀ ਨਾ ਸੰਗਤ ਜੀ, ਤੋਪਾਂ ਦੇ ਨਾਲ ਸਲਾਮੀਆਂ ਦਿੰਦਾ ਰਿਹਾ ਸੀ। ਇਹ ਨਨਕਾਣਾ ਸਾਹਿਬ ਦਾ ਇਤਿਹਾਸ ਹੈ ਤੇ ਬਹੁਤ ਵੱਡੇ ਪੱਧਰ ਤੇ ਉਦੋਂ ਲੰਗਰ ਲਾਣਾ ਜਦੋਂ ਬਾਬੇ ਨਾਨਕ ਜੀ ਦਾ ਪ੍ਰਕਾਸ਼ ਪੁਰਬ। ਮਹਾਰਾਜ ਜੇ ਉਦਾਸੀਆਂ ਤੇ ਹੁੰਦੇ ਸੀ ਕਿ ਜਦੋਂ ਜਨਮ ਦਿਹਾੜਾ ਮਨਾਉਣਾ। ਇੱਕ ਇਤਿਹਾਸ 'ਚ ਵੀ ਆਉਂਦਾ ਕਿ ਜਿਹੜੀ ਮਹਾਰਾਜ ਦੀ ਕਹਿ ਲਓ ਕਿ ਹਵੇਲੀ ਸੀ, ਘਰ ਸੀ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੋਇਆ, ਉਹਨੂੰ ਧਰਮਸ਼ਾਲਾ ਬਣਾ ਦਿੱਤੀ ਤੇ ਆਪਣੇ ਪਿਤਾ ਜੀ ਨੂੰ ਇੱਕ ਵੱਖਰਾ ਘਰ, ਵੱਖਰੀ ਸੋਹਣੀ ਹਵੇਲੀ ਬਣਾ ਕੇ ਰਾਏ ਬੁਲਾਰ ਨੇ ਦਿੱਤੀ। ਫਿਰ ਇੱਕ ਹੋਰ ਘਟਨਾ ਇੱਥੇ ਆਉਂਦੀ ਆ ਕਿ ਗੁਰੂ ਸਾਹਿਬ ਜੀਆਂ ਦਾ ਇੱਕ ਵਾਰ ਜਿਹੜਾ ਸੀ ਉਹ ਪ੍ਰਕਾਸ਼ ਦਿਹਾੜਾ ਮਨਾ ਰਿਹਾ, ਕਿਉਂਕਿ ਅਸੀਂ ਜਨਮ ਦਿਨ ਨਹੀਂ ਕਹਾਂਗੇ। ਤੇ ਮਹਾਰਾਜ ਜਦੋਂ ਉਦਾਸੀਆਂ ਤੇ ਸੀ ਤੇ ਮਾਂ ਜੀ ਕੀ ਕਰਦੇ ਸੀ, ਜਿਵੇਂ ਅੱਜ ਵੀ ਕਈ ਬੀਬੀਆਂ ਘਰਾਂ 'ਚ ਆਪਣੇ ਪੁੱਤਾਂ ਪੋਤਰਿਆਂ ਦੇ ਲਈ ਨਾ ਗਰੀਬਾਂ ਨੂੰ ਦਾਨ ਵੰਡ ਕੇ ਕਹਿਣਗੀਆਂ ਅਸੀਸ ਦਿਓ ਮੇਰੇ ਪੁੱਤ ਨੂੰ, ਅਸੀਸ ਦਿਓ ਮੇਰੇ ਪੋਤਰੇ ਨੂੰ। ਇਹ ਇੱਕ ਸਾਡੇ ਅੰਦਰ ਹੈਗਾ। ਤੇ ਕਹਿੰਦੇ ਆ ਕਿ ਇਸੇ ਤਰ੍ਹਾਂ ਗੁਰੂ ਨਾਨਕ ਮਹਾਰਾਜ ਦਾ ਜਦੋਂ ਇਹ ਦਿਨ ਆਉਣਾ ਤੇ ਗਰੀਬਾਂ ਲਈ ਤਲਵੰਡੀ 'ਚ ਲੰਗਰ ਲਾਉਣੇ, ਦਾਤਾਂ ਵੰਡਣੀਆਂ, ਮਾਂ ਜੀ ਨੇ ਅਸੀਸਾਂ ਲੈਣੀਆਂ। ਕਹਿੰਦੇ ਇੱਕ ਦਿਨ ਜਦੋਂ ਮਹਾਰਾਜ ਦਾ ਇਹ ਮਨਾਇਆ ਜਾ ਰਿਹਾ ਜੀ ਦਿਨ ਪ੍ਰਕਾਸ਼ ਦਿਹਾੜਾ, ਸਤਿਗੁਰੂ ਪਾਤਸ਼ਾਹ ਜੀਆਂ ਦੇ ਘਰ ਦੇ ਲਾਈਨ ਦੇ ਵਿੱਚ ਅੱਜ ਇੱਕ ਵਿਅਕਤੀ ਲੱਗਾ। ਕਹਿੰਦੇ ਉਹਨੇ ਆਪਣਾ ਮੂੰਹ ਸਾਰਾ ਕਵਰ ਕੀਤਾ, ਚਿਹਰਾ ਨਹੀਂ ਦਿਸਦਾ ਇਹ ਕੌਣ ਹੈ, ਤੇ ਗਰੀਬਾਂ ਦੀ ਲਾਈਨ 'ਚ ਲੱਗ ਕੇ ਝੋਲੀ ਅੱਡ ਕੇ ਮੰਗਦਾ ਪਿਆ। ਕਹਿੰਦੇ ਸਤਿਗੁਰੂ ਜੀ, ਮਾਂ ਤ੍ਰਿਪਤਾ ਜੀ ਸਾਰਿਆਂ ਨੂੰ ਦਾਓ ਦਾਈ ਧਨ ਪਦਾਰਥ ਵੰਡਦੀ ਜਾ ਰਹੀ ਆ। ਜਦੋਂ ਇਹਦੀ ਵਾਰੀ ਆਈ ਨਾ ਸੰਗਤ ਜੀ, ਕਹਿੰਦੇ ਆ ਕਿ ਮਾਂ ਜੀ ਨੇ ਕਿਹਾ ਕਿ ਤੁਸੀਂ ਆਪਣਾ ਮੂੰਹ ਕਾਹਨੂੰ ਛੁਪਾਇਆ? ਸੰਗਤ ਜੀ ਇਹ ਤੋਂ ਬੋਲਿਆ ਕੁਝ ਨਾ ਗਿਆ। ਕਹਿਣ ਲੱਗੇ ਕਿ ਉਸ ਸਮੇਂ ਦੇਵ ਨੇ ਤੇ ਇਹਨਾਂ ਦਾ ਚਿਹਰਾ ਨੰਗਾ ਹੋ ਗਿਆ। ਇਹ ਪਤਾ ਕੌਣ ਸੀ? ਇਹ ਸਮੇਂ ਦਾ ਰਾਜਾ ਰਾਏ ਬੁਲਾਰ ਸੀ, ਜਿਹੜਾ ਗੁਰੂ ਨਾਨਕ ਦੇ ਦਰ ਤੇ ਮਾਂ ਜੀ ਕੋਲੋਂ ਝੋਲੀ ਅੱਡ ਕੇ ਭੀਖ ਮੰਗਦਾ ਸੀ ਭਿਖਾਰੀ ਬਣ ਕੇ। ਤੇ ਇੱਕਦਮ ਮਾਂ ਦੇ ਹੱਥਾਂ 'ਚੋਂ ਤਾਸਾ ਡਿੱਗਾ। ਕਹਿਣ ਲੱਗੀ ਗੁਸਤਾਖੀ, ਅਸੀਂ ਤੇ ਤੁਹਾਡੇ ਦੇਣਦਾਰ ਹਾਂ, ਤੁਹਾਡੇ ਘਰਾਂ 'ਚ ਨੌਕਰੀਆਂ ਕਰਦੇ ਹਾਂ ਤੇ ਤੁਸੀਂ ਝੋਲੀ ਅੱਡ ਕੇ। ਕਹਿੰਦੇ ਮਾਂ ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ, ਜਿਹੜਾ ਗੁਰੂ ਨਾਨਕ ਦੇ ਘਰ ਅੱਗੇ ਝੋਲੀਆਂ ਅੱਡ ਲੈਂਦਾ ਉਹਦਾ ਦੀਨ ਦੁਨੀਆ 'ਚ ਕਦੇ ਵੀ ਘਾਟਾ ਨਹੀਂ ਉਹਦੀ ਜ਼ਿੰਦਗੀ 'ਚ ਪੈਂਦਾ। ਇਹ ਮੈਂ ਕਹਿਣ ਤੋਂ ਭਾਵ ਕਿ ਇਹ ਸ਼ਰਧਾ ਹੁੰਦੀ ਸੀ ਰਾਏ ਬੁਲਾਰ ਜੀ ਦੀ। ਮਹਾਰਾਜ ਖਰਾ ਸੌਦਾ ਕਰਦੇ। ਹੁਣ ਵਿਦਵਾਨਾਂ ਦੀਆਂ ਨਾ ਦੋ ਰਾਵਾਂ ਨੇ ਸੰਗਤ। ਬਹੁਤੇ ਵਿਦਵਾਨ ਕਹਿੰਦੇ ਕਿ ਮਹਾਰਾਜ ਤਲਵੰਡੀ 'ਚ ਸੀ ਜਦੋਂ ਗੁਰੂ ਪਿਤਾ ਦਾ ਆਨੰਦ ਕਾਰਜ ਵਿਆਹ ਹੁੰਦਾ। ਕੁਝ ਵਿਦਵਾਨ ਮੰਨਦੇ ਆ ਕਿ ਮਹਾਰਾਜ ਸੁਲਤਾਨਪੁਰ ਗਏ, ਉੱਥੋਂ ਫਿਰ ਮਹਾਰਾਜ ਦਾ ਵਿਆਹ ਹੁੰਦਾ। ਚਲੋ ਇਹ ਇਤਿਹਾਸਕ ਖੋਜ ਦਾ ਜੋ ਵਿਸ਼ਾ ਆਪਾਂ ਇੱਥੋਂ ਲੈਂਦੇ ਆ ਕਿ ਮਹਾਰਾਜ ਦਾ ਅਗਲਾ ਜੋ ਪੜਾਅ ਵਿਦਵਾਨਾਂ ਨੇ ਲਿਖਿਆ ਉਹ ਵਿਆਹ ਦਾ ਲਿਖਿਆ ਕਿ ਗੁਰੂ ਸਾਹਿਬ ਜੀ ਤੋਂ ਪਹਿਲਾਂ ਬੇਬੇ ਨਾਨਕੀ ਦਾ ਆਨੰਦ ਕਾਰਜ ਹੁੰਦਾ। ਇਹ ਰਾਏ ਬੁਲਾਰ ਜੀ ਜੈ ਰਾਮ ਜੀ ਨਾਲ ਕਰਵਾਉਂਦੇ। ਪਰਮਾਨੰਦ ਦੇ ਪੁੱਤਰ ਨੇ, ਆਪਣੇ ਰਹਿਣ ਵਾਲੇ ਸੁਲਤਾਨਪੁਰ ਤੋਂ। ਇੱਥੇ ਫਿਰ ਗੁਰੂ ਸਾਹਿਬ ਦੀ ਉਮਰ ਜਦੋਂ ਹੋਈ ਤੇ ਮਾਤਾ ਸੁਲੱਖਣੀ ਜੀ ਜੋ ਸਾਡੇ ਜਗਤ ਮਾਤਾ, ਇਹ ਮੂਲ ਚੰਦ ਪਟਵਾਰੀ ਸੀ, ਇਹ ਵੀ ਬਟਾਲੇ ਦੀ ਧਰਤੀ ਦੇ ਰਹਿਣ ਵਾਲੇ। ਇਹਨਾਂ ਦੇ ਨਾਲ ਗੁਰੂ ਪਿਤਾ ਦਾ ਆਨੰਦ ਕਾਰਜ ਹੁੰਦਾ। ਸਤਿਗੁਰੂ ਜੀ ਦੇ ਘਰ ਦੋ ਲਾਲ ਬਾਬਾ ਸ੍ਰੀ ਚੰਦ ਜੀ, ਬਾਬਾ ਲక్ష్ਮੀ ਦਾਸ ਜੀ ਹੁੰਦੇ। ਸੰਗਤ ਜੀ ਫਿਰ ਚਲੋ ਇਹ ਸਲਾਵਾਂ ਚੱਲੀਆਂ ਤੇ ਭਾਈਆ ਜੈ ਰਾਮ ਜੀ। ਇੱਧਰ ਦੂਜੇ ਪਾਸੇ ਕੀ ਹੋਇਆ ਹੁਣ